ਬਿਸਮਿਲ੍ਲਾਹਿਰਰਹਿਮਾनिर्रहीम। ਮਾਮਲਾ ਇਹ ਵੇ ਕਿ ਕਦੀ-ਕਦੀ ਦਿਲ ਕਰਦਾ ਹੈ ਕਿ ਯਾਰ ਜੋ ਕੁਝ ਅਸੀਂ ਇਸ ਮੁਲਕ, ਇਸ ਸਮਾਜ ਦੇ, ਇਸ ਸੁਸਾਇਟੀ ਦੀ ਬਿਹਤਰੀ ਵਾਸਤੇ ਕੋਸ਼ਿਸ਼ਾਂ ਕੀਤੀਆਂ, ਉਹ ਕਿਤੇ ਜ਼ਾਇਆ ਤਾਂ ਨਹੀਂ ਜਾ ਰਹੀਆਂ। ਔਰ ਇਹ ਅਹਿਸਾਸ ਹਰ ਉਸ ਮੌਕੇ ਤੇ ਪੈਦਾ ਹੁੰਦਾ ਵੇ ਜਦੋਂ ਕੋਈ ਬਹੁਤ ਹੀ ਸਫਾਕ ਕਿਸਮ ਦਾ ਵਾਕਿਆ ਸਾਡੇ ਸਾਹਮਣੇ ਆ ਜਾਂਦਾ ਹੈ। ਸਾਨੂੰ ਉਹ ਵਾਕਿਆਤ ਭੁੱਲਦੇ ਨਹੀਂ। ਕਈ ਸਾਲ ਪਹਿਲੇ ਕੋਟਰਾ ਦਾ ਕਿਸ਼ਨ ਦੇ ਵਿੱਚ ਇੱਕ ਵਾਕਿਆ ਹੋਇਆ। ਪੱਠੇ ਦੇ ਉੱਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਜੋੜੇ ਨੂੰ ਮੁਸ਼ਤਿਲ ਹਜੂਮ ਨੇ ਪੱਠੀ 'ਚ ਸੱਟ ਦਿੱਤਾ ਔਰ ਦੋਵੇਂ ਜਵਾਨ ਮੀਆਂ ਬੀਵੀ ਸਨ। ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਉਹਨਾਂ ਨੇ ਜਨਾਬ ਕੁਰਾਨ ਪਾਕ ਦੇ ਜਿਹੜੇ ਔਰਾਕ ਨੇ ਉਹਦੀ ਬੇਹੁਰਮਤੀ ਕੀਤੀ। ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ, ਕਿਸੇ ਨੇ ਮੌਕਾ ਨਾ ਦਿੱਤਾ ਕਿ ਕਾਨੂੰਨੀ ਜਿਹੜੇ ਇਦਾਰੇ ਨੇ ਉਹ ਕੋਈ ਕਾਰਵਾਈ ਕਰ ਸਕਣ ਜਾਂ ਉੱਥੋਂ ਦੇ ਕੁਝ ਸਿਆਣੇ ਜਿਹੜੇ ਨੇ ਉਹ ਅੱਗੇ ਆ ਸਕਣ। ਹਜੂਮ ਪਾਗਲਾਂ ਵਾਂਗੂ, ਵਹਿਸ਼ੀਆਂ ਵਾਂਗੂ ਟੁੱਟ ਗਿਆ ਤੇ ਉਹਨਾਂ ਨੇ ਦੋਵਾਂ ਨੂੰ ਮਾਰ ਦਿੱਤਾ। ਫਿਰ ਅਸੀਂ ਇੱਕ ਵਾਕਿਆ ਮਰਦਾਨ ਦੇ ਵਿੱਚ ਵੀ ਵੇਖਿਆ। ਇੱਕ ਨੌਜਵਾਨ ਸਟੂਡੈਂਟ ਯੂਨੀਵਰਸਿਟੀ ਦਾ, ਉਹਦੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਜੋ ਕੁਝ ਕੀਤਾ। ਫਿਰ ਅਸੀਂ ਵੇਖਿਆ ਸਿਆਲਕੋਟ ਦੇ ਵਿੱਚ ਉਹ ਸ੍ਰੀਲੰਕਾ ਦਾ ਜਿਹੜਾ ਇੱਕ ਮੈਨੇਜਰ ਸੀ, ਉਹ ਆ ਕੇ ਵਿਚਾਰਾ ਸਾਨੂੰ ਸਕਿੱਲ ਸਿਖਾ ਰਿਹਾ ਸੀ। ਇੱਥੇ ਸਪੋਰਟਸ ਦੀ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਦਾ ਉਹ ਚੀਜ਼ਾਂ ਵੇਚਦਾ ਸੀ। ਉਹਦਾ ਕਸੂਰ ਇਹ ਸੀ ਕਿ ਉਹਨੇ ਸਫਾਈ ਦਾ ਕਿਹਾ ਤੇ ਸਾਡੇ ਜਿਹੜੇ ਇੱਥੇ ਲੋਕ ਸਨ ਉਹਨਾਂ ਨੇ ਉਹਨੂੰ ਤੋਹੀਨੇ ਮਜ਼ਹਬ ਦਾ, ਤੋਹੀਨੇ ਕੁਰਾਨ ਦਾ ਵਾਕਿਆ ਬਣਾ ਦਿੱਤਾ ਤੇ ਉਹਨੂੰ ਉੱਥੇ ਮਾਰ ਦਿੱਤਾ। ਤਾਜ਼ਾ ਵਾਕਿਆ ਤੇ ਵੀ ਕਿ ਸਵਾਦ ਦਾ ਇਲਾਕਾ ਮਦੀਨ ਤੇ ਉੱਥੇ ਇੱਕ ਸਿਆਲਕੋਟ ਦਾ ਜਿਹੜਾ ਸਿਆਹ ਵੇ ਉਹ ਗਿਆ। ਸਾਰੇ ਗਰਮੀ ਦੇ ਦਿਨ ਨੇ, ਲੋਕ ਮਰੀ, ਸਵਾਤ, ਕਾਗਾਨ, ਨਾਰਾਨ, ਇਹਨਾਂ ਇਲਾਕਿਆਂ ਵੱਲ, ਗਿਲਗਿਤ ਬਲਤਿਸਤਾਨ, ਇਹਨਾਂ ਇਲਾਕਿਆਂ ਵੱਲ ਲੋਕ ਜਾ ਰਹੇ ਨੇ ਕਿ ਥੋੜ੍ਹੇ ਦਿਨ ਜ਼ਰਾ ਗਰਮੀ ਤੋਂ ਬਚਾ ਕਰ ਲੈਣ। ਆਪਣਾ ਪੈਸੇ ਖਰਚਦੇ ਨੇ, ਸਫ਼ਰ ਦੀ ਸੋਬਤ ਬਰਦਾਸ਼ਤ ਕਰਦੇ ਨੇ ਸਾਹ ਸੁੱਖ ਦਾ ਲੈਣ ਵਾਸਤੇ। ਔਰ ਇਹਦੇ ਨਾਲ ਇਹ ਵੀ ਹੈ ਕਿ ਉੱਥੋਂ ਦੀ ਮਕਾਮੀ ਜਿਹੜੀ ਆਬਾਦੀ ਉਹਦਾ ਵੀ ਇਹ ਰੋਜ਼ਗਾਰ ਹੈ, ਸਿਆਹਾਂ ਦਾ ਆਉਣਾ। ਹੁਣ ਰੱਬ ਜਾਣੇ ਕਿੰਨੇ ਸ਼ਰਾਰਤ ਕੀਤੀ, ਕੀ ਹੋਇਆ ਕਿ ਉੱਥੇ ਇੱਕ ਸ਼ੋਰ ਮਚਾ ਦਿੱਤਾ ਲੋਕਾਂ ਨੇ ਕਿ ਪੰਜਾਬ ਤੋਂ ਇੱਕ ਆਇਆ ਵੇ ਬੰਦਾ ਤੇ ਇਹਨੇ ਕੁਰਾਨ ਪਾਕ ਦੇ ਜਿਹੜੇ ਔਰਾਕ ਨੇ ਉਹਦੀ ਬੇਹੁਰਮਤੀ ਕੀਤੀ। ਫਿਰ ਇਹ ਗੱਲ ਆਪਣੀ ਜਗ੍ਹਾ ਦੇ ਉੱਤੇ ਬੜੀ ਕਾਬਲੇ ਮੁਜ਼ੰਮਤ ਹੈ ਕਿ ਪੰਜਾਬੀ ਗੁਸਤਾਖ ਦੀ ਉੱਥੇ ਗੱਲ ਕੀਤੀ ਗਈ। ਯਾਨੀ ਪੰਜਾਬੀ ਕੌਮ ਦਾ ਨਾਂ ਇਸ ਅਮਲ ਦੇ ਨਾਲ ਜੋੜਿਆ ਗਿਆ ਤੇ ਇਹਦੇ ਉੱਤੇ ਕੁਝ ਲੋਕਾਂ ਨੇ, ਕੋਈ ਨੁਮਾਇਆ ਲੋਕ ਜਿਹੜੇ ਨੇ ਸਾਡੀ ਸੁਸਾਇਟੀ ਦੇ, ਮੌਲਾਨਾ ਤਾਹਿਰ ਅਸ਼ਰਫੀ ਨੇ, ਉਹਨਾਂ ਨੇ ਗੱਲ ਕੀਤੀ ਹੈ। ਕੁਝ ਕਾਲਮ ਨਿਗਾਰਾਂ ਨੇ ਵੀ ਆਪਣੇ ਜਿਹੜੇ ਹੈਗੇ ਨੇ ਬਲੌਗਸ, ਉਹਨਾਂ ਦੇ ਉੱਤੇ ਗੱਲ ਕੀਤੀ। ਲੇਕਿਨ ਮੇਨ ਸਟ੍ਰੀਮ ਮੀਡੀਆ ਉੱਥੇ ਗੱਲ ਨਹੀਂ ਹੋ ਸਕਦੀ। ਇੱਕ ਚੈਨਲ ਤੋਂ ਇਲਾਵਾ ਕਿਸੇ ਨੇ ਮਾਕੂਲ ਅੰਦਾਜ਼ 'ਚ ਉਹਦੇ ਉੱਤੇ ਇਸ ਵਾਕਿਏ ਤੇ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਖੌਫ ਹੈ। ਲੋਕ ਖੌਫ ਦੇ ਵਿੱਚ ਮੁਬਤਲਾ ਹੋ ਗਏ ਨੇ। ਔਰ ਮੈਂ ਤੁਹਾਨੂੰ ਸਹੀ ਦੱਸਾਂ, ਮੈਨੂੰ ਖੁਦ ਪਹਿਲੀ ਦਫਾ ਇਸ ਵਾਕਿਏ ਤੋਂ ਬਾਅਦ ਖੌਫ ਮਹਿਸੂਸ ਹੋਇਆ ਪਾਕਿਸਤਾਨ ਦੇ ਸਮਾਜ 'ਚ। ਮੈਂ ਇਹ ਸੋਚ ਰਿਹਾ ਮੈਂ ਕਿ ਯਾਰ ਇੱਥੇ ਆਜ਼ਾਦ ਜ਼ੇਨ ਦੇ, ਖੁੱਲੀ ਫਿਜ਼ਾ, ਤਹਮਲ, ਬਰਦਾਸ਼ਤ ਔਰ ਥੋੜਾ ਜਿਹਾ ਇੱਕ ਦੂਜੇ ਨੂੰ ਸਪੇਸ ਦੇਣ ਵਾਲੇ ਲੋਕ ਕਿੱਥੇ ਚਲੇ ਗਏ? ਔਰ ਉਹ ਲੋਕ ਕਿੱਥੇ ਚਲੇ ਗਏ ਜਿਹੜੇ ਇਹੋ ਜਿਹੇ ਵਾਕਿਆਤ ਦੇ ਉੱਤੇ ਬੜੀ ਦਾਨਿਸ਼ਮੰਦੀ ਦੇ ਨਾਲ ਮਾਮਲਾਤ ਨੂੰ ਕਾਬੂ ਕਰ ਲੈਂਦੇ ਸਨ। ਇਹ ਵਾਕਿਆ ਬੁਨਿਆਦੀ ਤੌਰ ਤੇ ਸਾਡੀ ਮਜ਼ਹਬ ਦੇ ਬਾਰੇ ਜਿਹੜੀ ਤਫਹੀਮ ਹੈ, ਜਿਹੜੀ ਅੰਡਰਸਟੈਂਡਿੰਗ ਹੈ, ਇਹ ਉਹਦੇ ਨਾਕਸ ਹੋਣ ਦਾ ਸਬੂਤ ਹੈ। ਇਹ ਸੁਸਾਇਟੀ ਮੇਰਾ ਖਿਆਲ ਹੈ ਉਸੇ ਦਿਨ ਹੀ ਜ਼ਵਾਲ ਵੱਲ ਟੁਰ ਪਈ ਸੀ ਜਦੋਂ ਪੰਜਾਬ ਦੇ ਇੱਕ ਗਵਰਨਰ ਨੇ ਕਿਹਾ ਕਿ ਜਿਹੜਾ ਕਾਨੂੰਨ ਹੈ ਨਾ, ਇਹ ਜਿਹੜਾ ਕਾਨੂੰਨ ਹੈਗਾ ਤੋਹੀਨੇ ਮਜ਼ਹਬ ਦਾ, ਇਹ ਗਲਤ ਇਸਤੇਮਾਲ ਹੋ ਰਿਹਾ, ਇਹਨੂੰ ਬਦਲੋ। ਔਰ ਅੱਛਾ, ਇਹ ਕਾਨੂੰਨ, ਇਹ ਉਹਨਾਂ ਨੇ ਕਿਹਾ ਕਿ ਇਹ ਇਨਸਾਨਾਂ ਨੇ ਬਣਾਇਆ। ਜਿਹੜਾ ਕੁਰਾਨ ਪਾਕ ਦੇ ਜਿਹੜੇ ਅਹਿਕਾਮਾਤ ਨੇ, ਜਿਹੜੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਤੋਂ ਜਿਹੜੀ ਰਵਾਇਤ ਨੇ, ਉਹਨਾਂ ਦੀ ਹੈਸੀਅਤ ਆਪਣੀ ਜਗ੍ਹਾ ਦੇ ਉੱਤੇ ਵੇ। ਔਰ ਉਹ ਜ਼ਾਹਿਰ ਹੈ ਜਿਹੜੇ ਫੈਸਲਾ ਕਰਨ ਵਾਲੇ ਲੋਕ ਨੇ, ਉਹ ਜੱਜ ਹੋਣ, ਕਾਜ਼ੀ ਹੋਣ, ਉਹ ਉਹਨਾਂ ਰਵਾਇਤ ਨੂੰ, ਉਹਨਾਂ ਅਹਿਕਾਮਾਤ ਨੂੰ ਸਾਹਮਣੇ ਰੱਖਦੇ ਹੋਏ ਗੱਲ ਕਰਦੇ ਨੇ। ਪਰ ਅਸੀਂ ਤਾਂ ਕਿਸੇ ਜੱਜ ਕੋਲ, ਕਿਸੇ ਕਾਜ਼ੀ ਦੇ ਕੋਲ, ਕਿਸੇ ਮਜ਼ਹਬੀ ਸਕਾਲਰ ਦੇ ਕੋਲ ਮਾਮਲਾ ਜਾਣ ਹੀ ਨਹੀਂ ਦਿੰਦੇ।
ਮਜਮਾ ਆਪੇ ਹੀ ਸਾਰਾ ਕੁਝ ਬਣ ਜਾਂਦਾ ਹੈ ਔਰ ਉਹ ਬਣ ਕੇ ਜਿਹੜਾ ਉਹਨਾਂ ਦੇ ਸਾਹਮਣੇ ਆਉਂਦਾ ਉਹਨੂੰ ਮਾਰ ਦਿੰਦੇ ਨੇ। ਔਰ ਇਹਦੇ ਨਾਲ ਮੈਸੇਜ ਇਹ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਜਿਹੜਾ ਸਮਾਜ ਹੈ ਉਹ ਇਨਸਾਨਾਂ ਦਾ ਨਹੀਂ ਰਹਿ ਗਿਆ, ਉਹ ਵਹਿਸ਼ੀਆਂ ਦਾ ਸਮਾਜ ਹੋ ਗਿਆ। ਔਰ ਲੋਕ ਹੁਣ ਇਹਨਾਂ ਅਮੂਰ ਦੇ ਉੱਤੇ ਗੱਲ ਕਰਦੇ ਹੋਏ ਡਰਦੇ ਨੇ ਕਿ ਪਤਾ ਨਹੀਂ ਕਿਹੜੀ ਗੱਲ ਨੂੰ ਲੋਕ ਕਿਵੇਂ ਲੈਣ ਔਰ ਉਹਨਾਂ ਦੇ ਉੱਤੇ ਕੀ ਇਲਜ਼ਾਮ ਲੱਗ ਜਾਏ। ਇਹਦੇ 'ਚ ਕੋਈ ਸ਼ੱਕ ਨਹੀਂ ਦੋਸਤੋ ਕਿ ਪਾਕਿਸਤਾਨ ਜਿਹੜਾ ਵੇ ਉਹ ਮੁਸਲਮਾਨਾਂ ਦਾ ਮੁਲਕ ਹੈ, ਅਕਸਰੀਅਤ ਇੱਥੇ ਵੇ, ਲੇਕਿਨ ਦੂਸਰੇ ਅਕਾਇਦ ਦੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਇੱਥੇ ਰਹਿਣਾ, ਉਹ ਹਿੰਦੂ ਹੋਣ, ਸਿੱਖ ਹੋਣ, ਈਸਾਈ ਹੋਣ ਜਾਂ ਕੋਈ ਹੋਰ। ਫਿਰ ਅਸੀਂ ਇੱਕ ਜ਼ੁਲਮ ਇਹ ਕੀਤਾ ਕਿ ਸਿਰਫ ਇਹ ਨਹੀਂ ਕਿ ਬਾਕੀ ਮਜ਼ਾਹਬ ਦੇ ਲੋਕਾਂ ਦੇ ਹਵਾਲੇ ਨਾਲ ਅਸੀਂ ਬੜੇ ਹਸਾਸ ਹਾਂ, ਅਸੀਂ ਆਪਣੇ ਵੀ ਇੰਨੇ ਕੁ ਫਿਰਕੇ ਤੇ ਗਰੁੱਪ ਬਣਾ ਲਏ ਨੇ ਔਰ ਹਰ ਇੱਕ ਆਪਣੇ ਆਪ ਨੂੰ ਇੰਨਾ ਸੱਚਾ ਤੇ ਪੱਕਾ ਮੁਸਲਮਾਨ ਸਮਝਦਾ ਹੈ। ਇਹ ਤਕਸੀਮ ਵੰਡ ਜਿਹੜੀ ਹੈ ਇਹ ਸਾਨੂੰ ਹੋਰ ਮਾੜਾ ਕੀਤੀ ਜਾ ਰਹੀ ਹੈ ਔਰ ਇਹੀ ਵਜ੍ਹਾ ਕਿ ਸਾਡੇ ਕੌਮੀ ਤੇ ਬੈਨ ਅਲ-ਅਕਵਾਮੀ ਮਸਾਇਲ ਖਤਮ ਹੋਣ ਦਾ ਨਾਂ ਨਹੀਂ ਲੈਂਦੇ, ਕਿਉਂਕਿ ਸਾਡੇ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਕਿਹੜੇ ਅਮੂਰ ਦੇ ਉੱਤੇ, ਕਿਹੜੇ ਇਸ਼ੂਜ਼ ਦੇ ਉੱਤੇ ਛੇਤੀ ਭੜਕ ਉੱਠਨੇ ਔਰ ਇਸ਼ਤਿਆਲ ਪੈਦਾ ਕਰਨੇ ਆ ਔਰ ਮਰਨ ਮਾਰਨ ਤੇ ਆ ਜਾਂਦੇ ਆ। ਵੇਖੋ ਇਹ ਜਿਹੜੇ ਵਾਕਿਆਤ ਨੇ ਇਹਨਾਂ ਦੇ ਵਾਸਤੇ, ਇਹਨਾਂ ਦੀ ਰੋਕਥਾਮ ਵਾਸਤੇ ਸਭ ਤੋਂ ਪਹਿਲੇ ਕੀ ਕਰਨਾ ਚਾਹੀਦਾ ਸਾਨੂੰ? ਜਦੋਂ ਕੋਈ ਇਹੋ ਜਿਹਾ ਵਾਕਿਆ ਤੁਹਾਡੇ ਇਰਦ ਗਿਰਦ ਹੋਵੇ ਤੇ ਸਭ ਤੋਂ ਪਹਿਲੇ ਤਾਂ ਮਹਿਫੂਜ਼ ਕਰੋ ਜਿਸ ਬੰਦੇ ਕੋਲੋਂ ਉਹ ਜੁਰਮ ਹੋਇਆ ਹੈ ਔਰ ਜਿਹੜੇ ਸ਼ਵਾਹਿਦ ਨੇ, ਜਿਹੜੀਆਂ ਸ਼ਹਾਦਤਾਂ ਨੇ, ਉਹਨਾਂ ਨੂੰ ਮਹਿਫੂਜ਼ ਕਰੋ। ਉਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕਰੋ ਔਰ ਪੁਲਿਸ ਨੂੰ ਰਿਪੋਰਟ ਕਰਕੇ ਸਾਰਾ ਕੁਝ ਉਹਨਾਂ ਦੇ ਹਵਾਲੇ ਕਰੋ ਕਿ ਜਨਾਬ ਅਗਰ ਕੋਈ ਇਹੋ ਜਿਹੀ ਬੇਹੁਰਮਤੀ ਹੋਈ ਕਿ ਜਨਾਬ ਇਸ ਬੰਦੇ ਨੇ ਇਹ ਕੰਮ ਕੀਤਾ ਤੇ ਇਹਦੇ ਖਿਲਾਫ ਕਾਰਵਾਈ ਕਰੋ। ਅੱਛਾ, ਇਹ ਕੇਸ ਇੰਨਾ ਪੱਕਾ ਹੋਵੇਗਾ ਜੇ ਤੁਸੀਂ ਸਬੂਤ ਪੁਲਿਸ ਨੂੰ ਦਿਓਗੇ ਕਿ ਉਹ ਕਾਰਵਾਈ ਕਾਨੂੰਨ ਦੇ ਮੁਤਾਬਕ ਹੋਣੀ ਪਏਗੀ। ਲੇਕਿਨ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਇੰਤਸ਼ਾਰ ਵਾਲੀ ਕੈਫੀਅਤ ਇਹ ਪਤਾ ਦੇਗੀ ਕਿ ਇਸ ਮੁਲਕ ਦੇ ਵਿੱਚ ਕੋਈ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਨਹੀਂ ਹੈਗੇ, ਇੱਥੇ ਕੋਈ ਮਜ਼ਹਬੀ ਆਲਮ ਨਹੀਂ ਹੈਗੇ, ਇਹ ਮਜਮੇ ਨੂੰ ਕੋਈ ਕੰਟਰੋਲ ਕਰਨ ਵਾਲਾ ਨਹੀਂ ਹੈਗਾ ਔਰ ਮਜਮਾ ਵੀ ਆਪ ਉਧਰਾ ਹੈ। ਇਹ ਮਜ਼ਹਬ ਦੀ ਜਦੋਂ ਚਾਹਵੇ, ਜਿਸ ਤਰ੍ਹਾਂ ਦੀ ਚਾਹਵੇ, ਆਪੇ ਹੀ ਤਸ਼ਰੀਹ ਕਰ ਲੈਂਦਾ ਹੈ। ਔਰ ਫਿਰ ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਖਤਰਨਾਕ ਗੱਲ ਇਹ ਵੇ ਕਿ ਇਹ ਕਿਹਾ ਗਿਆ ਕਿ ਇਹ ਪੰਜਾਬੀ ਸਯਾਹ, ਪੰਜਾਬੀ ਟੂਰਿਸਟ, ਤੇ ਇਹ ਜਦੋਂ ਇਹ ਗੱਲ ਆਈ ਨਾ ਤੇ ਬਹੁਤ ਸਾਰੇ ਦੋਸਤਾਂ ਨੇ ਨਿਸ਼ਾਨਦੇਹੀ ਕੀਤੀ ਕਿ ਇਹ ਵਾਕਿਆ ਇੱਕ ਸਾਜ਼ਿਸ਼ ਹੋ ਸਕਦਾ ਹੈ ਕਿ ਜਿੰਦੇ ਨਾਲ ਨਸਲੀ ਇੱਕ ਫਸਾਦ, ਨਸਲੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਹੜੇ ਲੋਕਾਂ ਦੇ ਉਹ ਵੀਡੀਓਜ਼ ਮੈਂ ਦੇਖੀਆਂ ਨੇ, ਕੁਝ ਉਹ ਮਾਰਨ ਵਾਲੇ ਜਿਹੜੇ ਨੇ ਉਹ ਬੜੇ ਫਖਰ ਨਾਲ ਦੱਸਣ ਰਹੇ ਨੇ ਅਸੀਂ ਮਾਰਿਆ ਜੀ, ਅਸੀਂ ਇੰਜ ਕੀਤਾ, ਇੰਜ ਕੀਤਾ। ਮੇਰਾ ਖਿਆਲ ਹੈ ਕਿ ਸਮਾਜ ਦੇ ਸਮਝਦਾਰ ਲੋਕਾਂ ਨੂੰ ਇਹਦੇ ਤੇ ਆਵਾਜ਼ ਚੁੱਕਣੀ ਚਾਹੀਦੀ, ਖਾਮੋਸ਼ ਨਹੀਂ ਰਹਿਣਾ ਚਾਹੀਦਾ। ਔਰ ਜਿਹੜੇ ਇਲਾਕਿਆਂ ਦੇ ਵਿੱਚ ਵੇਖੋ ਨਾ, ਜਿਵੇਂ ਜਿਸਮ ਦੇ ਹਿੱਸੇ ਕਿਸੇ ਦੇ ਵਿੱਚ ਬਿਮਾਰੀ ਹੋਵੇ, ਮਰਜ਼ ਹੋਵੇ ਤੇ ਉਹਦਾ ਇਲਾਜ ਕੀਤਾ ਜਾਂਦਾ ਹੈ। ਸਾਨੂੰ ਇਹ ਪਤਾ ਹੈ ਕਿ ਇਸ ਮੁਲਕ ਦੇ ਕਿਹੜੇ ਹਿੱਸੇ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਿੱਦਤ ਪਸੰਦੀ ਮੌਜੂਦ ਹੈ ਤੇ ਫਿਰ ਤਰਬੀਅਤ ਦੀ ਜ਼ਰੂਰਤ ਇਹਨਾਂ ਇਲਾਕਿਆਂ ਦੇ ਵਿੱਚ ਹੈਗੀ। ਉੱਥੇ ਲੋਕ ਜਾਣ ਸਿਆਣੇ ਡਾਇਲੌਗ ਕਰਨ, ਲੋਕਾਂ ਨਾਲ ਸਮਝਾਉਣ ਉਹਨਾਂ ਨੂੰ ਕਿ ਦੇਖੋ ਇਹ ਇਨਸਾਨੀ ਜਾਨ ਜਿਹੜੀ ਅੱਲਾ ਔਰ ਉਹਦੇ ਰਸੂਲ ਨੇ ਕਿਹਾ ਹੈ ਕਿ ਇਹਦੀ ਬੜੀ ਕੀਮਤ ਹੈ। ਔਰ ਨਬੀ ਕਰੀਮ ਸੱਲੱਲਾਹੁ अलैहि वसल्लम ਜਿਹੜੇ ਉਹ ਨਬੀ ਰਹਿਮਤ ਨੇ, ਹਾਂ ਉਹ ਤੋਹੀਨ ਵਾਲੇ ਕੁਛ ਜਿਹੜੇ ਮਾਮਲਾਤ ਹੈਗੇ ਨੇ ਬਾਅਦ ਸ਼ਰਾਇਤ ਦੇ ਵਿੱਚ ਬਿਲਕੁਲ ਉਂਝ ਹੀ ਹੈ ਜਿਵੇਂ ਤੁਸੀਂ ਲੋਕ ਯਾਨੀ ਸਮਝਦੇ ਜੇ, ਲੇਕਿਨ ਉਹਦਾ ਹੱਕ ਜਿਹੜਾ ਹੈ ਉਹ ਅਦਾਲਤ ਨੂੰ ਹੈਗਾ ਤੇ ਇਸ ਮੁਲਕ ਨੂੰ ਇੱਕ ਰਿਆਸਤ ਰਹਿਣ ਦਿਓ, ਇੱਥੋਂ ਦੇ ਸਮਾਜ ਨੂੰ ਪੁਰਅਮਨ ਰਹਿਣ ਦਿਓ ਤਾਂ ਕਿ ਇੱਥੇ ਲੋਕ ਇੱਜ਼ਤ ਦੇ ਨਾਲ, ਅਮਨ ਦੇ ਨਾਲ, ਬੇਖੌਫ ਹੋ ਕੇ ਰਹਿ ਸਕਣ। ਉਹ ਜਿਹੜਾ ਹਜ਼ਰਤ ਉਮਰ ਫਾਰੂਕ ਦਾ ਫਰਮਾਨ ਸੀ ਨਾ ਕਿ ਬਾਦਸ਼ਾਹ ਦੇ ਜੋ ਮਫਹੂਮ ਹੁੰਦਾ ਇੰਝ ਦਾ ਕਿ ਇੱਕ ਔਰਤ ਜਾਵੇ, ਹੱਥ ਦੇ ਵਿੱਚ ਉਹਦੇ ਸੋਨਾ ਹੋਵੇ ਤੇ ਉਛਾਲਦੀ ਚਲੀ ਜਾਵੇ ਕੱਲੀ ਔਰ ਉਹਨੂੰ ਕੋਈ ਖੌਫ ਨਾ ਹੋਵੇ। ਤੇ ਇਹ ਸਿਰਫ ਸੋਨੇ ਦੀ ਗੱਲ ਨਹੀਂ ਹੈਗੀ, ਇਹ ਜਾਨ ਦੀ ਵੀ ਗੱਲ ਹੈ। ਤੇ ਜਿੱਥੇ ਮਰਜ਼ੀ ਕੋਈ ਜਾਵੇ, ਜੋ ਮਰਜ਼ੀ ਕਰੇ, ਹਾਂ ਅਗਰ ਕਿਤੇ ਫਿਰ ਮੈਂ ਦੁਹਰਾਉਣਾ ਵਾ ਕਿ ਕੋਈ ਮਸਲਾ ਹੈ, ਕੋਈ ਗੱਲ ਹੈ ਤੇ ਉਹਨਾਂ ਇਦਾਰਿਆਂ ਨੂੰ ਰਿਪੋਰਟ ਕਰੋ ਜਿਹੜੇ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਜ਼ਿੰਮੇਦਾਰ ਨੇ। ਉਲਮਾ ਕਰਾਮ ਨੂੰ ਦੱਸੋ। ਮੇਰੇ ਜ਼ਾਤੀ ਇਲਮ 'ਚ ਐਸੇ ਵਾਕਿਆਤ ਨੇ ਕਿ ਜਿੱਥੇ ਲੋਕਾਂ ਨੇ ਆਪਣੀ ਜ਼ਾਤੀ ਦੁਸ਼ਮਣੀਆਂ, ਜ਼ਾਤੀ ਲੈਣ ਦੇਣ, ਜ਼ਾਤੀ ਸ਼ਿਕਾਇਤ ਦੀ ਵਜ੍ਹਾ ਨਾਲ ਦੂਸਰਿਆਂ ਦੇ ਉੱਤੇ ਤੋਹੀਨੇ ਮਜ਼ਹਬ ਦੇ ਇਲਜ਼ਾਮਾਤ ਲਾਏ ਤੇ ਉਹਦੇ ਵਿੱਚ ਜਾਨਾਂ ਤਾਂ ਗਈਆਂ ਉਸ ਮਜ਼ਲੂਮ ਦੀਆਂ।
ਤੇ ਬਾਕੀ ਲੋਕਾਂ ਦਾ ਕੀ ਗਿਆ? ਤੇ ਹੁਣ ਜਿਹੜੇ ਲੋਕਾਂ ਦੀਆਂ ਗਵਾਹੀਆਂ ਸਾਹਮਣੇ ਆਈਆਂ ਨੇ, ਜਿਨ੍ਹਾਂ ਦਾ ਜੁਰਮ ਸਾਹਮਣੇ ਆਇਆ, ਜਿਹੜੇ ਕਸੂਰਵਾਰ ਨੇ, ਮੇਰਾ ਖਿਆਲ ਹੈ ਕਿ ਸਾਡੇ ਅਦਾਰਿਆਂ ਨੂੰ ਕਿਸੇ ਦਬਾਅ ਤੋਂ ਬਗੈਰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ, ਤਾਂ ਕਿ ਇੱਕ ਪੈਗਾਮ ਜਾਵੇ ਕਿ ਇਸ ਸੁਸਾਇਟੀ ਨੂੰ ਪੁਰਅਮਨ ਰੱਖਣ ਵਾਸਤੇ ਕੁਛ ਕੋਸ਼ਿਸ਼ ਕੀਤੀ ਗਈ। ਤੇ ਜੀਂਦੇ ਰਹੋ, ਵਸਦੇ ਰਹੋ ਤੇ ਜਨਾਬ ਖੁਸ਼ ਰਹੋ ਔਰ ਆਪਣੀ ਕੌਮ ਨੂੰ ਬਾਸ਼ਊਰ ਬਣਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਜੁੜੇ ਰਹੋ।